ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਵਿੱਚ ਜੁੜ ਕੇ ਜੋ ਆਪਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰਦੇ ਹਾਂ, ਆਓ ਲਾਹਾ ਲਈਏ, ਸਤਿਗੁਰਾਂ ਦੀ ਬਾਣੀ ਦੀ ਵਿਚਾਰ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਸੀ ਗੌੜੀ ਪੂਰਵੀ ਭਗਤ ਬਾਬਾ ਰਵਿਦਾਸ ਜੀ ਦੀ ਬਾਣੀ। ਵਿਚਾਰਦੇ ਸੀ, ਸਮਝਾ ਰਹੇ ਸੀ ਬਾਬਾ ਜੀ ਕਿ ਉਸ ਮਾਲਕ ਪਰਮੇਸ਼ਰ ਨਿਰੰਕਾਰ, ਕਿਉਂਕਿ ਉਸ ਨੂੰ ਪਾਉਣ ਦੇ ਵਾਸਤੇ ਬਹੁਤ ਲੋਕ ਕੋਸ਼ਿਸ਼ ਕੀਤੀ ਹੈ, ਪਰ ਰਸਤਾ ਕਿਹੜਾ ਸੀ? ਮਨ ਹਟਦਾ। ਜੋਗੀਸ਼ਰ ਨੇ, ਜੋਗੀ ਲੋਕ ਸੀ। ਜੋਗੀਸ਼ਰ ਪਾਵੈ ਨਹੀਂ ਤੋ ਗੁਣ ਕਥਨ ਅਪਾਰ, ਕਿਉਂਕਿ ਉਹ ਅਪਾਰ ਹੈ, ਜੋਗੀਸ਼ਰ ਇਸ ਨੂੰ ਨਹੀਂ ਪਾ ਸਕੇ। ਪ੍ਰੇਮ ਭਗਤ ਕੈ ਕਾਰਨ ਕਹੁ ਰਵਿਦਾਸ ਚਮਾਰ। ਪਰਮੇਸ਼ਰ ਨੂੰ ਪਾਉਣ ਦੇ ਵਾਸਤੇ ਪ੍ਰੇਮ ਭਗਤੀ ਹੈ, ਤੇ ਬਾਬਾ ਰਵਿਦਾਸ ਜੀ ਸਮਝਾਉਂਦੇ ਨੇ ਕਿ ਪ੍ਰੇਮ ਭਗਤੀ ਦੇ ਨਾਲ ਹੀ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ। ਹੋਰ ਕੋਈ ਦੂਜਾ ਰਸਤਾ ਨਹੀਂ ਹੈ, ਸਿਰਫ ਪ੍ਰੇਮ ਭਗਤੀ ਹੈ। ਜਿਸ ਨੂੰ ਨਹੀਂ ਜਾਣ ਸਕੇ, ਜਿਵੇਂ ਨੌਵੇਂ ਪਾਤਸ਼ਾਹ ਜੀ ਸਮਝਾਉਂਦੇ ਨੇ, ਜਾ ਕੋ ਜੋਗੀ ਖੋਜਤ ਹਾਰੇ ਪਾਇਓ ਨਾਹੇ ਤੇ ਪਾਰਾ, ਸੋ ਸੁਆਮੀ ਤੁਮ ਨਿਕਟ ਪਛਾਣੋ ਰੂਪ ਰੇਖ ਤੇ ਨਿਆਰਾ। ਰੂਪ ਰੇਖ ਨਹੀਂ ਹੈ, ਕਿਉਂਕਿ ਪ੍ਰਕਾਸ਼ ਰੂਪ ਹੈ। ਤੇ ਕਿਵੇਂ ਪਾਇਆ ਜਾਂਦਾ ਹੈ? ਪ੍ਰੇਮ ਦੇ ਨਾਲ, ਹੋਰ ਕੋਈ ਦੂਜਾ ਤਰੀਕਾ ਨਹੀਂ ਹੈ। ਇਹ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਆਓ ਅੱਗੇ ਫਿਰ ਗੌੜੀ ਬੈਰਾਗਣ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਤਿਗੁਰ ਦੀ ਦਇਆ ਦੇ ਨਾਲ ਇਹ ਸੋਝੀ ਆਉਂਦੀ, ਇਹ ਗਿਆਨ ਹੁੰਦਾ ਹੈ ਪ੍ਰਭੂ ਮਿਲਾਪ ਦਾ, ਜੋ ਕਿ ਨਿਰੰਕਾਰ ਹੈ, ਜਿਸ ਦੇ ਆਪਾਂ ਨੂੰ ਸਮਝਾਇਆ ਹੈ ਕਿ ਪਰਮੇਸ਼ਰ ਤੋਂ ਸਤਨਾਮ, ਤੇ ਉਹ ਕਰਤਾ ਪੁਰਖ ਵੀ ਹੈ, ਕਿਉਂਕਿ ਨਾਮ ਦੁਆਰਾ ਸ੍ਰਿਸ਼ਟੀ ਸਾਜੀ ਹੈ। ਉਹ ਨਿਰਭਉ ਵੀ ਹੈ, ਨਿਰਵੈਰ ਵੀ ਹੈ, ਉਹ ਅਕਾਲ ਮੂਰਤ ਹੈ, ਉਹ ਪ੍ਰਕਾਸ਼ ਰੂਪ ਹੈ, ਉਸ ਦੀ ਮੂਰਤ ਪ੍ਰਕਾਸ਼ ਹੈ, ਅਜੂਨੀ ਹੈ, ਜੂਨਾ ਤੋਂ ਰਹਿਤ ਹੈ, ਸੈਭੰ ਖੁਦ ਆਪਣੇ ਆਪ ਤੋਂ ਪੈਦਾ ਹੋਇਆ ਤੇ ਅਵਿਨਾਸੀ ਹੈ। ਗੁਰ ਪ੍ਰਸਾਦ, ਗੁਰ ਦੀ ਕਿਰਪਾ ਨਾਲ ਆਪਾਂ ਉਸ ਨੂੰ ਪਾ ਸਕਦੇ ਹਾਂ। ਗੁਰ ਕਿਹੜਾ ਹੋਵੇ? ਸੱਚਾ ਗੁਰ, ਜਿਸ ਨੂੰ ਸਤਿਗੁਰ ਵੀ ਕਹਿ ਦਿੱਤਾ ਹੈ। ਆਓ ਕੀ ਸਮਝਾਉਂਦੇ ਨੇ ਭਗਤ ਬਾਬਾ ਰਵਿਦਾਸ ਜੀ। ਰਹੋ ਪੰਕਤੀਆਂ ਪਹਿਲਾਂ ਆਪਾਂ ਵਿਚਾਰਦੇ ਹਾਂ, ਕਿਉਂਕਿ ਜਦੋਂ ਬਾਬਾ ਜੀ ਵਣਜਾਰੇ ਬਣ ਗਏ, ਆਪਾਂ ਪਿੱਛੇ ਵਿਚਾਰ ਕੇ ਆਏ ਹਾਂ, ਵਣਜ ਕਰਨਾ ਸ਼ੁਰੂ ਕੀਤਾ। ਪਰਮੇਸ਼ਰ ਨੇ ਉਹਨਾਂ ਨੂੰ ਇੱਕ ਖਜ਼ਾਨਾ ਬਖਸ਼ਿਸ਼ ਕੀਤਾ, ਤੇ ਫਿਰ ਆ ਕੇ ਜੀਵ ਉਹਨਾਂ ਨੂੰ ਪੁੱਛਦੇ ਨੇ, ਗਿਆਨ ਲੈਂਦੇ ਨੇ, ਪੁੱਛਦੇ ਨੇ ਕਿ ਕਿਵੇਂ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ ਹੈ। ਜਿਹੜੀਆਂ ਉਹ ਪੰਕਤੀਆਂ ਨੇ, ਪਾਰ ਕੈਸੇ ਪਾਇਬੋ ਰੇ, ਕਿ ਕਿਵੇਂ ਇਸ ਭਵਸਾਗਰ ਤੋਂ ਪਾਰ ਹੋ ਜਾਈਏ। ਸਾਨੂੰ ਪਤਾ ਨਹੀਂ ਕੈਸੇ ਹੋਇਆ ਜਾਏਗਾ। ਮੋਸੋ ਕੋ ਨਾ ਕਹੇ ਸਮਝਾਏ, ਵੀ ਮੈਨੂੰ ਤਾਂ ਕੋਈ ਵੀ ਇਹ ਗਿਆਨ ਨਹੀਂ ਦੇ ਰਿਹਾ, ਸਮਝਾ ਨਹੀਂ ਰਿਹਾ ਕਿ ਇਸ ਭਵ ਸਾਗਰ ਨੂੰ ਪਾਰ ਕਿਵੇਂ ਕਰਨਾ ਹੈ, ਕਿਵੇਂ ਇਸ ਭਵ ਸਾਗਰ ਤੋਂ ਪਾਰ ਹੋਣਾ ਹੈ। ਜਾ ਤੇ ਆਵਾਗਮਨ ਬਿਲਾਏ, ਜਿਸ
ਉਹ ਗਿਆਨ ਨਹੀਂ ਸਾਨੂੰ ਦੇ ਰਿਹਾ ਕੋਈ ਵੀ, ਜਿਹਦੇ ਨਾਲ ਜਿਹੜਾ ਆਵਾਗਮਨ ਦੀ ਬਲਾ ਪਈ ਹੈ ਸਾਨੂੰ, ਉਸ ਤੋਂ ਅਸੀਂ ਛੁੱਟ ਜਾਈਏ, ਛੁਟਕਾਰਾ ਹੋ ਜਾਵੇ, ਆਵਾਗਮਨ ਤੋਂ ਰਹਿਤ ਹੋ ਜਾਈਏ, ਮੁਕਤ ਹੋ ਜਾਈਏ। ਕੋਈ ਵੀ ਨਹੀਂ ਸਮਝਾ ਰਿਹਾ। ਹੁਣ ਫਿਰ ਸਮਝਾ ਰਹੇ ਨੇ ਭਗਤ ਬਾਬਾ ਰਵਿਦਾਸ ਜੀ। ਦੱਸਦੇ ਨੇ, ਕਹਿੰਦੇ ਸਤਿਯੁਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ। ਵੀ ਭਾਈ ਸਤਿਯੁਗ ਦੇ ਵਿੱਚ ਸੱਚ ਬੋਲਣਾ, ਸੱਚ ਦਾ ਗੱਲ ਕਰਨੀ, ਕਿਉਂਕਿ ਸਤਿਯੁਗ ਦੇ ਵਿੱਚ ਸੱਚ ਦਾ ਪਤਾ ਸੀ, ਹੁਣ ਭੁੱਲ ਗਏ ਹਾਂ ਕਲਯੁਗ 'ਚ। ਉਹ 'ਚ ਸੱਚ ਹੀ ਸੀ ਸਾਰਾ। ਫਿਰ ਤ੍ਰੇਤਾ ਯੁਗ ਆਇਆ, ਉੱਥੇ ਸੱਚ ਨੂੰ ਭੁੱਲੇ ਅਤੇ ਜੱਗ ਹੋਣੇ ਸ਼ੁਰੂ ਕੀਤੇ। ਉਹ ਜੱਗ ਕਰਨ ਦਾ ਵੇਲਾ ਸੀ, ਤ੍ਰੇਤਾ ਯੁਗ ਸੀ ਜਿਹੜਾ, ਉਹਦੇ ਵਿੱਚ ਜੱਗ ਕੀਤੇ ਗਏ। ਦੁਆਪਰ ਯੁਗ ਆਇਆ, ਪੂਜਾ ਹੋਈ। ਇਹ ਪੂਜਾ ਦਾ ਆਚਾਰ ਵਿਹਾਰ ਸੀ, ਪਰ ਇਹ ਪਿਛਲੇ ਯੁਗਾਂ ਦਾ ਧਰਮ ਹੈ, 3 ਯੁਗਾਂ ਦਾ। तीनों युग तीनों दिड़े कल केवल नाम आधार। पर कल युग दे विच केवल नाम दे आधार बना के ही असी भव सागर नूं पार हो सकते हाँ। ये हुण ज्ञान दे रहे ने जिसने सवाल किया है। बहुविध धर्म निरूपिए करता दिसै सब लोए। ਹੁਣ ਦੱਸਦੇ ਨੇ ਵੀ ਬਹੁਤ ਸਾਰਿਆਂ ਦੇ ਜਿਹੜੇ ਬਹੁਤ ਤਰ੍ਹਾਂ ਦੇ ਧਰਮ ਪੈਦਾ ਹੋ ਗਏ ਨੇ, ਬਹੁਤ ਸਾਰਾ ਗਿਆਨ ਦੱਸਦੇ ਨੇ, ਵੱਖਰਾ ਵੱਖਰਾ ਤਰੀਕਾ ਦੱਸਦੇ ਨੇ, ਤੇ ਵੀ ਦੱਸਦੇ ਨੇ ਪਰਮੇਸ਼ਰ ਦਾ ਰੂਪ ਦਾ ਗਿਆਨ ਵੀ ਦਿੰਦੇ ਨੇ, ਤੇ ਵੀ ਦੱਸਦੇ ਨੇ ਕਿ ਉਹ ਹਰ ਥਾਂ ਤੇ ਹੈ, हर थां दिखता है। कवन कर्म ते छुट्टी है जे साधे सब सिद्ध होए। कहते पर किहड़ा कर्म है जिहदे नाल असीं छुटांगे, जिहदे नाल उस प्रभु दा सानू ज्ञान हो जाएगा। वो किहड़ी विधि है जिहदे नाल सानू परमेश्वर दी सूझी होएगी। क्योंकि इन्ना दस दिता कि परमेश्वर हर थां ते है, पर उसका जिहड़ा अपना रूप है वो अकाल मूर्त, जिवें आपां पहलां ही विचारिया है, पर हर थां ते है, सारे संसार दे विच बसदा है, सारा संसार देख भी सकता है। पर उसनूं ये समझना होएगा भी किहड़ी तरीका है, किहड़ी विधि है जिहदे द्वारा असीं त्रै गुणां तो छुटांगे ते फिर उसनूं देख सकांगे। कर्म अकर्म विचारी है शंका सुन वेद पुराण। कर्म ते अकर्म, एक कर्म करना, एक जिहड़ा कर्म नहीं करना। या आपां कह दी भी असी कर्म करना, एक असी वो कर रहे जिहड़ा नहीं सी करना। इस दा आपां ज्ञान लेना, जिवें पहले लेके आए हैं कि पिछले युगां दा भाई ये धर्म सी, कल युग दे विच आ धर्म है। जिवें आपां पढ़दे भी हाँ सहती बाणी दे विच आवर काज तेरे किते ना काम, मिल साध संगत भज केवल नाम। कर्म ते अकर्म दी सोझी लेनी है ते शंका दूर करना है। वेदां नूं सुनना है, पढ़ के समझना है। संसा सद हिरदा बसै कौन हिरे अपमान। जेकर असी समझ के संसा जिहड़ा है परम है नहीं कढ़दे, संसा साडे हिरदे च परम बसे हुए ने, गुर दे ज्ञान ते विश्वास नहीं करते, फिर साडा जिहड़ा मन एक दृष्ट नहीं हो सकता, मन दी हौमै खत्म नहीं हो सकती, ते प्रभु दे दर्शन नहीं हो सकते। क्योंकि जे थोड़ा जिहा भी शंका है फिर भी साडा मन निर्मल नहीं होंदा, मैं लगी रह जाती है। जिन्हां नूं पूर्ण विश्वास हो जाता है वो फिर प्रभु नूं पा सकते, क्योंकि हर थां वसदा है। समझा रहे ने महाराज बाबा रविदास जी। कहते बाहर उदक पखारी है घट भीतर विविध विकार। कि की करते ने जीव
कि बाहरों नहाउंदे ने, तन धो लैंदे ने पानी दे विच, लेकिन मन मैला है। भीतर विविध बेकार, बेकार ने माड़ी बुद्ध बसी है मन दे विच। रब शुद्ध कवन पर होए वो, सच सुच कुंचर बिद व्यवहार। कहते शुद्ध किवें होएगा, व्यवहार केड़ा हो गया है, हाथी वाला। हाथी जो दसते ने कि इशनान करन तो बाद हाथी का की है कि उसने मिट्टी च लिटना है, होर लिपड़ जाता है। ऐदा ही तन नूं तां बाहरों धो लिया तो मन नूं तां होर मैल लग गई। हंकार आ गया कि तीर्था ते इशनान कर लिया मैं तो उठ के नहाउंदा हाँ मैं, क्योंकि बाहरी कर्मां दे विच पै के होर मन मैला हो गया। उसकी की हालत है हाथी की तरह। तीर्थां ते जांदा है, वर्त करता है, तीर्थ वर्त अरदान कर, मन में तरे गुमान, नानक ने फिल जात ते ज्यों कुंचर इशनान। शुद्ध की होना कहते उन तो समझते होर मैल लगती है। रब प्रगास रजनी जथा, गत जानत सब संसार। हुण दसदे ने कि रब प्रकाश, रब ते सस दा खेड है। इधर सारा संसार दा ध्यान है रब वाला पासा अपना। किहड़ा रब कह देंदे सूरज नूं, सस कह देंदे चंद्रमा नूं। भी इधर दा तां सारे संसार नूं ज्ञान है। रब प्रगास रजनी जथा, गत जानत सब संसार। पारस मानो ताबो छुए, कनक होत नहीं बार। हुण इह ज्ञान तां है सब नूं, पर कहंदे भी जिवें पारस है, पारस पत्थर है, उस नूं जे तांबा छू जावे ते फिर कंचन बन जाता है। पारस दे नाल तांबा छूण दे नाल कंचन बन जाता है। कितना क समां लगदा, छिन। जिउं ही तांबे ने पारस दे नाल छू गया, स्पर्श होया ते जिहड़ा तांबा कंचन बन जाता है। इदां ही जिहड़ा ये ज्ञान है, जदों साडी ये जोत इस जोत दे विच मिल जाती है, सूरज चंद्रमा च मिल जाता है, सानू प्रकाश हो जाता है। क्योंकि चंद्रमा का अपना प्रकाश नहीं है, प्रकाश सूरज का है। पर सूरज दिन च भी चानण देंदा है, पर रात नूं सामने चंद्रमा ते पै के प्रकाश करता है। तो इस तरीके दे नाल असीं उस मालिक नूं जान सकते हाँ। पर कहंदे परम परस गुर भेटिया, पूर्व लेखत ललाट। ये पता है, ज्ञान है कि इदां हो जाता है, पर होएगा कदों, जदों असीं वो गुर लवांगे जिहड़ा आप मालिक दिंदा है। जद उस सानू आप ज्ञान दे के दसदा भी इदां तुसीं अपने ध्यान नूं उहदे नाल छूना है। परम परस गुर भेटिया, पूर्व लिखत ललाट। पर यह भेटदा कौन है, जिहनूं मालिक ने मस्तक ते लिखदा है। आप प्रभु ने ये ज्ञान दिता है, आप प्रगट होया है, ਉਹਦੇ द्वारा फिर सानू ये सोझी आउंदी है। वो सानू कित्थे लैके जांदा है, उनमन मन मन ही मिले, छुटकत बजर कपाट। हुण जिसदा मन उनमन दे विच है, वो फिर सानू ये ज्ञान देंदा है भी उनमन च आपां ध्यान किवें लाउणा है। क्योंकि उत्थे जाके प्रकाश मन उस अपना सारियां दा प्रकाश है। जदों उनमन च जाके मिलदा है, उत्थे बजर कपाट खुल जाता है। तो इस जो माया दे विच फसिया जीव है, इस तो छुड़ जाता है, होर कोई नहीं समझा सकता। भगत जुगत मत सत करी, परम बंधन काट बेकार।
ਇੱਦਾਂ ਸਮਝਾਉਂਦੇ ਨੇ ਕਿ ਜਿਹੜੇ ਭਗਤ ਨੇ ਉਹ ਜੁਗਤ ਦਿੰਦੇ ਨੇ, ਉਹ ਮੱਤ ਦਿੰਦੇ ਨੇ, ਤੂੰ ਉਹਨੂੰ ਸੱਤ ਕਰਕੇ ਮੰਨ ਲੈਵੀਂ ਤੇ ਤੇਰੇ ਭਰਮ ਬੰਧਨ ਕੱਟ ਦੇਗਾ, ਵਿਕਾਰਾਂ ਨੂੰ ਕੱਟ ਦੇਗਾ। ਪਰ ਜੇ ਤੂੰ ਉਸ ਨੂੰ ਜੁਗਤ ਨੂੰ ਸੱਤ ਕਰਕੇ ਮੰਨੇਗਾ, ਉਹ ਗੁਰ ਦੀ ਮੱਤ ਨੂੰ ਭਗਤਾਂ ਵੱਲੋਂ ਜੋ ਦਿੱਤਾ ਗਿਆਨ ਹੈ ਉਸ ਨੂੰ ਸੱਤ ਕਰਕੇ ਮੰਨ ਲਏਗਾ ਤੇ ਭਰਮ ਵੀ ਬੰਧਨ ਵੀ ਇਹ ਤੇਰੇ ਕੱਟੇ ਜਾਣਗੇ, ਵਿਕਾਰ ਤੇਰੇ ਕੱਟੇ ਜਾਣਗੇ। ਸੋਈ ਬਸ ਰਸ ਮਨ ਮਿਲੇ, ਗੁਣ ਨਿਰਗੁਣ ਏਕ ਵਿਚਾਰ। ਬਸ ਇਹ ਤਰੀਕਾ ਹੈ। ਇਸ ਕਰ ਦੇ ਨਾਲ ਹੀ ਉਹ ਰਸ ਮਨ ਨੂੰ ਮਿਲੇਗਾ ਤੇ ਜਿੱਥੇ ਗੁਣ ਨਿਰਗੁਣ ਸਾਡਾ ਇੱਕ ਅਸੀਂ ਇੱਕ ਹੋ ਜਾਵਾਂਗੇ, ਜਿੱਥੇ ਸਾਡਾ ਮਨ ਤੇ ਪਰਮੇਸ਼ਰ ਇੱਕ ਹੋ ਜਾਣਗੇ। ਪਰ ਹੋਣਗੇ ਤਾਂ ਹੀ ਜੇ ਤੂੰ ਉਸ 'ਤੇ ਵਿਸ਼ਵਾਸ ਕਰੇਗਾ, ਉਸ ਨੂੰ ਜਿਹੜੀ ਜੁਗਤ ਹੈ ਉਸ ਨੂੰ ਸਤ ਕਰਕੇ ਮੰਨ ਲਏਗਾ। ਭਗਤ ਜੁਗਤ ਮਤ ਸਤ ਕਰੀ, ਸੋਈ ਬਸ ਰਸ ਮਨ ਮਿਲੇ, ਗੁਣ ਨਿਰਗੁਣ ਏਕ ਵਿਚਾਰ। ਅਨੇਕ ਯਤਨ ਨਿਗ੍ਰਹਿ ਕੀਏ, ਟਾਰੀ ਨਾ ਟਰੈ ਪਰਮ ਫਾਸ। ਕਹਿੰਦੇ ਜਿਹੜਾ ਜੀਵ ਆਪਣੀ ਮਤ ਦੁਆਰਾ ਯਤਨ ਕਰਦਾ ਹੈ, ਜਿੰਨੇ ਮਰਜ਼ੀ ਯਤਨ ਕਰ ਲਵੇ, ਉਸ ਦੀ ਭਰਮ ਉਹਦਾ ਟਰ ਨਹੀਂ ਸਕਦਾ, ਉਹ ਭਰਮ ਦੀ ਫਾਹੀ ਤੋਂ ਨਿਕਲ ਨਹੀਂ ਸਕਦਾ, ਭਰਮ ਉਸ ਦਾ ਖਤਮ ਨਹੀਂ ਹੋ ਸਕਦਾ। ਪ੍ਰੇਮ ਭਗਤ ਨਹੀਂ ਉਪਜੈ, ਤਾ ਤੇ ਰਵਿਦਾਸ ਉਦਾਸ। ਉਨੀ ਦੇਰ ਜਿੰਨੀ ਦੇਰ ਉਹ ਗੁਰ ਦਾ ਗਿਆਨ ਲੈ ਕੇ ਵਿਸ਼ਵਾਸ ਕਰਕੇ ਉਸ ਨੂੰ ਕਮਾਉਂਦਾ ਨਹੀਂ ਹੈ, ਕੁਛ ਮਰਜ਼ੀ ਕਰ ਲਵੇ, ਉਸ ਦਾ ਭਰਮ ਨਹੀਂ ਖਤਮ ਹੋ ਸਕਦਾ। ਉਸ ਦੇ ਅੰਦਰ ਪ੍ਰੇਮ ਭਗਤੀ ਪੈਦਾ ਨਹੀਂ ਹੋਏਗੀ, ਕਿਉਂਕਿ ਪ੍ਰੇਮ ਭਗਤੀ ਕਦੋਂ ਪੈਦਾ ਹੁੰਦੀ ਹੈ? ਜਦੋਂ ਭਗਤਾਂ ਤੋਂ ਜੁਗਤੀ ਲੈ ਕੇ ਉਸ ਨੂੰ ਸਤ ਕਰਕੇ ਮੰਨਦੇ ਹਾਂ, ਫਿਰ ਰਸ ਮਿਲਦਾ ਹੈ। ਫਿਰ ਉਹ ਰਸ ਮਿਲਣੇ ਸ਼ੁਰੂ ਹੋ ਜਾਂਦੇ ਹਰੀ ਦਾ, ਅਤੇ ਇੱਧਰਲੇ ਰਸ ਫਿਰ ਵਿਸਰਨੇ ਸ਼ੁਰੂ ਹੋ ਜਾਂਦੇ ਨੇ। ਇਸ ਕਰਕੇ ਇਹ ਤਰੀਕਾ ਹੈ, ਕਿਉਂਕਿ ਸਵਾਲ ਵੀ ਹੈ ਇਸ ਦੇ ਵਿੱਚ, ਰਹੋ ਪੰਕਤੀਆਂ ਦੇ ਵਿੱਚ, ਅਤੇ ਬੜਾ ਸਮਝਾਇਆ ਹੈ ਫਿਰ ਬਹੁਤ ਖੋਲ੍ਹ ਕੇ ਕਿ ਇੱਦਾਂ ਜੀਵ ਜੇ ਰਹੇਗਾ, ਜੇ ਬਾਹਰੀ ਕਰਮ ਹੀ ਕਰਦਾ ਰਹੇਗਾ ਦਿਖਾਵੇ ਦੇ, ਅਤੇ ਫਿਰ ਉਹ ਕਹੇ ਵੀ ਮੇਰੇ ਅੰਦਰੋਂ ਹਉਮੈ ਖਤਮ ਹੋ ਜਾਏਗੀ, ਨਹੀਂ ਹੋ ਸਕਦੀ। ਇਸ ਕਰਕੇ ਇਹ ਜਿਨ੍ਹਾਂ 'ਤੇ ਦਇਆ ਹੈ, ਜਿਨ੍ਹਾਂ ਨੇ ਜਾਣਿਆ ਹੈ, ਉਹ ਭਗਤ ਨੇ, ਉਹ ਸਾਨੂੰ ਇੱਕ ਜੁਗਤੀ ਦੱਸਣਗੇ। ਉਸ ਜੁਗਤੀ 'ਤੇ ਵਿਸ਼ਵਾਸ ਕਰਕੇ ਕਮਾਵਾਂਗੇ, ਫਿਰ ਉਹ ਰਸ ਮਿਲੇਗਾ ਜਿਹੜਾ ਸਾਡੇ ਭਰਮ ਨੂੰ, ਬੰਧਨਾਂ ਨੂੰ, ਵਿਕਾਰਾਂ ਨੂੰ ਕੱਟਦਾ ਹੈ। ਕਿਉਂਕਿ ਸਵਾਲ ਇਹ ਸੀ ਕਿ ਉਹ ਪੰਕਤੀਆਂ ਦੇ ਵਿੱਚ ਜਿਹੜੀ ਬੇਨਤੀ ਸੀ ਇਹ ਸੀ ਕਿ ਸਾਨੂੰ ਕੋਈ ਨਹੀਂ ਸਮਝਾਉਂਦਾ, ਪਰ ਕੈਸੇ ਪਾਏ ਬੋਰੇ ਮੋਸੋ ਕੋ ਨਾ ਕਹੈ ਸਮਝਾਏ, ਜਾ ਤੇ ਆਵਾਗਮਨ ਬੁਲਾਏ, ਜਿਹਦੇ ਦਾ ਆਵਾਗਮਨ ਦਾ ਛੁਟਕਾਰਾ ਹੋ ਜਾਵੇ ਅਤੇ ਉਹ ਸਾਰਾ ਫਿਰ ਸਮਝਾ ਦਿੱਤਾ ਹੈ। ਸੋ ਇੱਥੇ ਹੀ ਹੁਣ ਇੱਥੇ ਆ ਕੇ ਹੁਣ ਆਪਣਾ ਗੌੜੀ ਰਾਗ ਜਿਹੜਾ ਹੈ ਸਮਾਪਤ ਹੋ ਜਾਂਦਾ ਹੈ। ਇੱਥੋਂ ਅੱਗੇ ਆਸਾ ਰਾਗ ਸ਼ੁਰੂ ਹੁੰਦਾ ਹੈ। ਮਹੱਲਾ ਪਹਿਲਾ। ਆਸਾ ਮਹੱਲਾ ਪਹਿਲਾ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਬਾਣੀ ਜਿਹੜੀ ਮਹੱਲੇ ਪਹਿਲੇ ਦੀ ਹੈ, ਜ਼ਿਆਦਾਤਰ ਇੱਥੋਂ ਹੀ ਸ਼ੁਰੂ ਹੁੰਦੀ। ਆਪਾਂ ਦੇਖਿਆ ਹੈ ਭਗਤਾਂ ਦੀ ਬਾਣੀ ਦੇ ਵਿੱਚ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਾਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਲੇਕਿਨ ਜਿਹੜਾ ਇਹ ਮਹੱਲੇ ਪਹਿਲੇ ਦੀ ਇੱਥੇ ਪੂਰਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਕਿਉਂਕਿ ਉਸ ਪ੍ਰਭੂ ਦਾ ਸਾਰਾ ਗਿਆਨ ਹੋਵੇ ਸਾਨੂੰ, ਜਿਸ ਨੂੰ ਆਪਾਂ ਮਿਲਣਾ ਹੈ, ਜਿਸ ਨੂੰ ਮਿਲਣ ਦੀ ਵਾਰੀ ਸਾਨੂੰ ਮਿਲੀ ਹੈ, ਕਿਉਂਕਿ ਉਹ ਜਿਹਾ ਹੈ। ਕਿਵੇਂ ਮਿਲਣਾ ਹੈ? ਇਹ ਸਾਰਾ ਗਿਆਨ ਹੀ, ਕਿਉਂਕਿ ਇਸੇ ਮਕਸਦ ਨੂੰ ਬਾਣੀ ਲਿਖੀ ਹੈ ਤਾਂ ਕਿ ਅਸੀਂ ਜੋ ਮੌਕਾ ਮਿਲਿਆ ਹੈ ਆਪਾਂ ਨੂੰ, ਇਸ ਦਾ ਆਪਾਂ ਲਾਹ ਖੱਟੀਏ, ਅਸੀਂ ਮੋਕਸ਼ ਨੂੰ ਪ੍ਰਾਪਤ ਕਰ ਲਈਏ।
ਜੋ ਸਭ ਤੋਂ ਬੜਾ ਮਾਲਕ ਦਾ ਫਲ ਹੈ, ਮੁਕਤ ਫਲ। ਮੁਕਤ ਫਲ ਸਾਨੂੰ ਪ੍ਰਾਪਤ ਹੋ ਜਾਵੇ। ਇਹ ਸਾਰਾ ਹੋਣਾ ਕਿਵੇਂ ਹੈ? ਗੁਰ ਪ੍ਰਸਾਦ। ਪਰਮੇਸ਼ਰ ਕਿਹੋ ਜਿਹਾ ਹੈ, ਕਿਵੇਂ ਸ੍ਰਿਸ਼ਟੀ ਸਾਜੀ, ਉਸ ਤੋਂ ਸਤਨਾਮ, ਜਦੋਂ ਆਪਣੇ ਤੋਂ ਸੱਚਾ ਨਾਮ ਪੈਦਾ ਕੀਤਾ, ਸੱਚ ਤੋਂ ਨਾਮ ਪੈਦਾ ਹੋਇਆ, ਕਰਤਾ ਪੁਰਖ ਬਣਿਆ। ਕਿਉਂਕਿ ਪਹਿਲਾਂ ਆਪ ਸੀ, ਆਪਣੇ ਤੋਂ ਨਾਮ ਪੈਦਾ ਕਰਕੇ ਕਰਤਾ ਪੁਰਖ ਬਣ ਗਿਆ। ਨਿਰਭਉ ਹੈ, ਕਿਸੇ ਦਾ ਭੈ ਨਹੀਂ, ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ। ਅਕਾਲ ਮੂਰਤ ਹੈ, ਉਸਦੀ ਜਿਹੜੀ ਮੂਰਤ ਹੈ ਪ੍ਰਕਾਸ਼ ਰੂਪ ਹੈ। ਕਾਲ ਦੀ ਕੋਈ ਸ਼ਕਲ ਨਹੀਂ ਹੈ, ਜਿਵੇਂ ਸੰਸਾਰ ਦੀਆਂ ਸਾਡੀਆਂ ਸ਼ਕਲਾਂ ਨੇ, ਚੱਕਰ ਚਿੰਨ੍ਹ ਵਰਨ ਜਾਤ ਹੈ, ਉਸ ਸਿਰਫ ਪ੍ਰਕਾਸ਼ ਰੂਪ ਹੈ। ਅਜੂਨੀ ਹੈ, ਜੂਨਾਂ ਵਿੱਚ ਨਹੀਂ ਆਉਂਦਾ। ਸੈਵੰਗ ਹੈ, ਆਪਣੇ ਆਪ ਤੋਂ ਪੈਦਾ ਹੋਇਆ ਅਤੇ ਅਬਿਨਾਸੀ ਹੈ। ਗੁਰ ਪ੍ਰਸਾਦ, ਗੁਰ ਦੀ ਕਿਰਪਾ ਨਾਲ ਆਪਾਂ ਉਸ ਨੂੰ ਦੇਖ ਸਕਦੇ ਹਾਂ। ਆਓ ਕੀ ਸ਼ੁਰੂ ਕਰਦੇ ਨੇ ਮਹਾਰਾਜ। ਰਾਗ ਆਸਾ ਮਹੱਲਾ ਪਹਿਲਾ, ਘਰ ਪਹਿਲਾ, ਸੋ ਦਰ। ਸੋ ਦਰ, ਉਹ ਦਰ ਜਿੱਥੋਂ ਮਾਲਕ ਸਾਨੂੰ ਪਾਲ ਰਿਹਾ ਹੈ, ਉਸ ਦਰ ਦਾ ਗਿਆਨ ਦਿੰਦੇ ਨੇ। ਕਿਉਂਕਿ ਉਸ ਦਰ ਤੱਕ ਜਾਂ ਸਾਨੂੰ ਭੇਤ ਨਹੀਂ ਆਉਂਦਾ, ਅਸੀਂ ਉੱਥੇ ਪਹੁੰਚ ਨਹੀਂ ਸਕਦੇ। ਜਦ ਤੱਕ ਸਾਨੂੰ ਪ੍ਰਭੂ ਦੇ ਦਰ ਦਾ ਗਿਆਨ ਨਹੀਂ ਆਉਂਦਾ, ਆਪਾਂ ਉਸ ਪ੍ਰਭੂ ਨੂੰ ਮਿਲ ਨਹੀਂ ਸਕਦੇ, ਦੇਖ ਨਹੀਂ ਸਕਦੇ, ਆਪਾਂ ਆਪਣੇ ਘਰ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ। ਸੋ ਦਰ ਜਿਹੜੀ ਬਾਣੀ ਹੈ 3 ਵਾਰ ਆਉਂਦੀ ਹੈ। ਇੱਕ ਜਪਜੀ ਸਾਹਿਬ ਦੇ ਵਿੱਚ ਆਉਂਦਾ ਹੈ ਅਤੇ ਇੱਕ ਆਉਂਦਾ ਹੈ ਰਹਿ ਰਸ ਦੀ ਬਾਣੀ ਦੇ ਵਿੱਚ। ਕਿਉਂਕਿ ਸੋ ਦਰ ਇਹ ਹੈ, ਜਪਜੀ ਸਾਹਿਬ ਜੋ ਨਿਤਨੇਮ ਦੀ ਬਾਣੀ ਹੈ, ਜੋ ਆਪਾਂ ਰੋਜ਼ ਪੜ੍ਹਦੇ ਹਾਂ, ਉਸ ਦੇ ਵਿੱਚ ਦਿੱਤਾ ਹੈ। ਉਸ ਦੇ ਵਿੱਚ ਥੋੜ੍ਹਾ ਫਰਕ ਹੈ। ਉਸ ਦੇ ਵਿੱਚ ਸਾਨੂੰ ਉਸ ਪਰਮੇਸ਼ਰ ਦੇ ਦਰ ਦਾ ਗਿਆਨ ਦਿੱਤਾ ਹੈ। ਅਤੇ ਜਿਹੜੀ ਰਹਿ ਰਾਸ ਦੀ ਬਾਣੀ ਹੈ, ਉਸ ਦੇ ਵਿੱਚ ਗਿਆਨ ਲੈ ਕੇ ਦਰ 'ਤੇ ਬੈਠ ਕੇ ਉਸ ਪ੍ਰਭੂ ਦੀ ਸਿਫਤ ਸਲਾਹ ਹੈ, ਉਸ ਦੀ ਰਹਿ ਰਾਸ ਹੈ, ਉਸ ਦੇ ਗੁਣ ਗਾਏ ਜਾਂਦੇ ਨੇ ਪਰ ਦੇਖ ਕੇ। ਜਪਜੀ ਸਾਹਿਬ ਦੇ ਵਿੱਚ ਉਸ ਦੇ ਬਾਰੇ ਗਿਆਨ ਦਿੱਤਾ ਹੈ। ਕਿਉਂਕਿ ਜਪਜੀ ਸਾਹਿਬ ਦੇ ਸਾਨੂੰ ਇਹ ਸਾਰਾ ਗਿਆਨ ਹੈ ਕਿ ਉਸ ਦਰ 'ਤੇ ਜਾ ਕੇ ਆਪਾਂ ਮਿਲ ਸਕਦੇ, ਪਰ ਕਿਵੇਂ? ਜਿਹੜੇ ਗੁਰਮੁਖ ਨੇ, ਗੁਰਮੁਖ ਜਨਾਂ ਦੁਆਰਾ। ਕਿਉਂਕਿ ਗੁਰਮੁਖ ਉਹ ਸਾਨੂੰ ਭੇਦ ਦੇਣਗੇ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਾ ਸਮਾਈ। ਹੁਣ ਇੱਥੇ ਸਾਨੂੰ ਇਹ ਸੋ ਦਰ ਹੈ। ਆਓ ਪੜ੍ਹਦੇ ਹਾਂ। ਇਹ ਸੋ ਦਰ ਉਹ ਹੈ ਕਿਉਂਕਿ ਗੁਰੂ ਸਾਹਿਬ ਆਪ ਤਾਂ ਪਰਮੇਸ਼ਰ ਨੂੰ ਮਿਲੇ, ਫਿਰ ਹੀ ਉਸ ਦੀ ਸਿਫਤ ਸਲਾਹ ਕੀਤੀ ਹੈ, ਫਿਰ ਹੀ ਉਸ ਦਰ 'ਤੇ ਬੈਠ ਕੇ ਉਸ ਮਾਲਕ ਦੀ ਸਿਫਤ ਸਲਾਹ ਕੀਤੀ ਹੈ। ਅਤੇ ਉਹ ਦਰ 'ਤੇ ਬੈਠ ਕੇ ਜੋ ਗਾਇਆ ਹੈ, ਜੋ ਪਰਮੇਸ਼ਰ ਦੇ ਉਸਤਤ ਹੈ, ਉਹ ਹੈ ਇਸ ਦੇ ਵਿੱਚ। ਹੁਣ ਸਮਝਾਉਂਦੇ ਨੇ, ਕਹਿੰਦੇ ਸੋ ਦਰ ਤੇਰਾ ਕਿਹਾ। ਤੇਰਾ ਕਦੋਂ ਕਹਿੰਦੇ ਆਪਾਂ? ਜਦੋਂ ਮਿਲਦੇ ਹਾਂ। ਜਪਜੀ ਸਾਹਿਬ ਦੇ ਵਿੱਚ ਆਉਂਦਾ ਸੋ ਦਰ ਕਿਹਾ, ਸੋ ਕਰ ਕਿਹਾ। ਇੱਥੇ ਹੈ ਸੋ ਦਰ ਤੇਰਾ ਕਿਹਾ। ਤੇਰਾ ਜਦੋਂ ਮਾਲਕ ਦੇ ਨਾਲ ਮਿਲਾਪ, ਸੋ ਕਰ ਕਿਹਾ, ਉਹ ਕਰ, ਉਹਦੇ ਬਾਰੇ ਕਹਿੰਦੇ ਨੇ ਜਿਤ ਵੈ ਸਰਬ ਸੰਭਾਲੇ। ਜਿੱਥੇ ਬੈਠਾ ਪ੍ਰਭੂ ਸੰਭਾਲਦਾ ਹੈ ਸਾਰਿਆਂ ਨੂੰ। ਬਾਜੇ ਤੇਰੇ ਨਾਦ ਅਨੇਕ ਅਸੰਖਾਂ। ਤੇ ਹੈ ਪ੍ਰਭੂ, ਤੇਰੇ ਨਾਦ ਅਨੇਕਾਂ ਹੀ ਸੰਖ ਵੱਜਦੇ ਨੇ। ਕਿਤੇ ਤੇਰੇ ਬਾਵਨ ਹਾਰੇ, ਕਿੰਨੇ ਹੀ ਤੇਰੇ ਬਾਵਨ ਹਾਰੇ ਨੇ, ਤੇਰੀ ਸਿਫਤ ਸਲਾਹ ਕਰਨ ਵਾਲੇ ਨੇ, ਜਿਨ੍ਹਾਂ ਦਾ ਅੰਤ ਨਹੀਂ ਹੈ। ਕਿਤੇ ਤੇਰੇ ਰਾਗ ਭਰੀ ਸਿਉ ਕਹੀ ਹੈ। ਕਿੰਨੇ ਹੀ ਨੇ ਜਿਹੜੇ ਤੈਨੂੰ ਰਾਗਾਂ ਦੇ ਵਿੱਚ ਗਾ ਰਹੇ ਨੇ, ਜਾਂ ਤੇਰੇ ਪਰੀਆਂ ਕਹਿ ਦਿੱਤਾ ਹੈ। ਜਦੋਂ ਸਾਨੂੰ ਗਿਆਨ ਹੋ ਜਾਂਦਾ, ਜਦੋਂ ਸਾਡਾ ਮਨ ਪ੍ਰਕਾਸ਼ ਰੂਪ ਹੋ ਜਾਂਦਾ ਹੈ,
ਜਿਵੇਂ ਆਪਾਂ ਪੜ੍ਹਦੇ ਹਾਂ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਕਿ ਉਸ ਪ੍ਰਭੂ ਦਾ ਜਦੋਂ ਫਿਰ ਗੱਲ ਕੀਤੀ ਜਾਂਦੀ ਹੈ, ਪੜ੍ਹਦੇ ਹਾਂ ਸ਼ੁਰੂ 'ਚ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਬਾਧਾਈਆਂ, ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਜਿਹੜਾ ਗਿਆਨ ਲੈਂਦੇ ਨੇ, ਜਿਹੜੇ ਉਸ ਪ੍ਰਭੂ ਦਾ ਗਿਆਨ ਲੈਂਦੇ ਨੇ, ਜਿਹੜੇ ਮਨ ਪ੍ਰਕਾਸ਼ ਹੋ ਜਾਂਦਾ ਹੈ, ਉੱਥੇ ਮਨ ਪਰੀ ਹੈ ਜਿੱਥੇ ਦੇਵਤਾ ਆਪਾਂ ਕਹਿ ਦਿੰਦੇ ਹਾਂ। ਕੇਤੇ ਤੇਰੇ ਰਾਗ ਭਰੀ ਸਿਉ ਕਹੀ ਹੈ, ਕੇਤੇ ਤੇਰੇ ਗਾਵਣ ਹਾਰੇ। ਕਿੰਨੇ ਤੇਰੇ ਗਾਵਣ ਹਾਰੇ ਨੇ, ਰਾਗਾਂ ਦੇ ਵਿੱਚ ਕੋਈ ਅੰਤ ਨਹੀਂ ਹੈ। ਕਿੰਨੇ ਤੇਰੇ ਰਾਗਾਂ ਨੂੰ, ਸਾਜ਼ਾਂ ਨੂੰ ਵਜਾਉਣ ਵਾਲੇ ਨੇ, ਕੋਈ ਅੰਤ ਨਹੀਂ ਹੈ। ਉਹਨਾਂ ਨਾਲ ਗਾਉਂਦੇ ਨੇ, ਕੋਈ ਬਾਜਿਆਂ ਨਾਲ ਗਾਉਂਦਾ ਹੈ, ਕੋਈ ਢੱਡਾਂ ਨਾਲ ਗਾਉਂਦਾ ਹੈ, ਵੱਖਰੇ ਵੱਖਰੇ ਤਰੀਕੇ ਦੇ ਨਾਲ ਗਾਉਂਦੇ ਨੇ। ਗਾਵਨ ਤੁਧਨੋਂ ਪੌਣ ਪਾਣੀ ਬੈਸੰਤਰ, ਇਨਸਾਨ ਹੀ ਨਹੀਂ ਗਾਉਂਦਾ, ਉਹ ਜਿਹੜੇ ਗਿਣਤੀ ਦੇ ਵਿੱਚ ਕਿੰਨੇ ਆਪਾਂ ਕਿਹਾ ਹੈ, ਉਹਦੇ ਵਿੱਚ ਕੌਣ ਕੌਣ ਆਉਂਦੇ ਨੇ। ਪੌਣ ਵੀ ਗਾ ਰਹੀ ਹੈ, ਇਹ ਪ੍ਰਭੂ ਤੈਨੂੰ ਪੌਣ ਵੀ ਗਾ ਰਹੀ ਹੈ, ਪਾਣੀ ਵੀ ਗਾ ਰਿਹਾ ਹੈ, ਬੈਸੰਤਰ ਅਗਨ ਵੀ ਗਾ ਰਹੀ ਹੈ। ਉਹ ਬਸੰਤਰ ਕਿਹੜੀ ਹੈ? ਜਿਸ ਦੁਆਰਾ ਇਸ ਸ੍ਰਿਸ਼ਟੀ ਨੂੰ ਸਾਜਿਆ ਹੈ, ਉਹ ਵੀ ਉਸ ਨੂੰ ਗਾ ਰਹੇ ਨੇ। ਗਾਵੈ ਰਾਜਾ ਧਰਮ ਦੁਆਰੇ, ਤੇ ਤੇਰੇ ਦੁਆਰ ਤੇ ਖੜਾ ਰਾਜਾ ਧਰਮਰਾਜ ਵੀ ਗਾ ਰਿਹਾ ਹੈ ਤੈਨੂੰ। ਗਾਵਨ ਤੁਧ ਨੂੰ ਚਿੱਤ ਗੁਪਤ ਲਿਖ ਜਾਣਨ, ਤੇ ਜਿਹੜੇ ਚਿੱਤਰ ਗੁਪਤ ਨੇ ਉਹ ਵੀ ਤੈਨੂੰ ਜਿਹੜੇ ਲਿਖਦੇ ਨੇ, ਸਾਰਿਆਂ ਦਾ ਲੇਖਾ ਲਿਖਦੇ ਨੇ, ਧਰਮਰਾਜ ਨੂੰ ਦਿੰਦੇ ਨੇ ਲਿਖ ਕੇ, ਉਹ ਵੀ ਤੈਨੂੰ ਗਾ ਰਹੇ ਨੇ। ਲਿਖ ਲਿਖ ਧਰਮ ਵਿਚਾਰੇ, ਜਿਹੜੇ ਲਿਖ ਲਿਖ ਕੇ ਧਰਮ ਨੂੰ ਦਿੰਦੇ ਨੇ, ਧਰਮਰਾਜ ਨੂੰ ਸਾਰਾ ਕੁਛ, ਫਿਰ ਧਰਮਰਾਜ ਉਹਨਾਂ ਦੇ ਲੇਖੇ 'ਤੇ ਵਿਚਾਰ ਕਰਦਾ ਹੈ ਕਿ ਜੀਵ ਨੇ ਅੱਜ ਕੀ ਕੀਤਾ, ਕਿੱਥੇ ਸਵਾਸ ਖਰਚੇ, ਇੰਨਾ ਸਵਾਸ ਲੈ ਕੇ ਸੰਸਾਰ 'ਚ ਆਇਆ, ਕਿੱਥੇ ਖਰਚੇ, ਕਿੰਨੀਆਂ ਚੰਗਿਆਈਆਂ ਕੀਤੀਆਂ, ਕਿੰਨੀਆਂ ਬੁਰਾਈਆਂ ਕੀਤੀਆਂ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ। ਗਾਵਨ ਤੁਧ ਨੂੰ ਈਸ਼ਰ ਬ੍ਰਹਮਾ ਦੇਵੀ, ਹੈ ਪ੍ਰਭੂ ਤੈਨੂੰ ਈਸ਼ਰ ਵੀ ਗਾਉਂਦਾ ਹੈ, ਬ੍ਰਹਮਾ ਵੀ ਗਾਉਂਦਾ ਹੈ, ਦੇਵੀ ਦੇਵਤੇ ਵੀ ਗਾਉਂਦੇ ਨੇ। ਸੋਹਣ ਤੇਰੇ ਸਦਾ ਸਵਾਰੇ, ਤੇਰੇ ਸਵਾਰੇ ਹੋਏ, ਤੇਰੇ ਦਰ 'ਤੇ ਬੈਠੇ ਸਾਰੇ ਗਾਉਂਦੇ ਨੇ, ਕਿਉਂਕਿ ਇਹਨਾਂ ਨੂੰ ਪੈਦਾ ਕਰਨ ਵਾਲਾ ਕੌਣ ਹੈ? ਸਾਰਿਆਂ ਨੂੰ ਪਰਮੇਸ਼ਰ, ਸਾਰੇ ਉਸੇ ਦੇ ਪੈਦਾ ਕੀਤੇ ਹੋਏ ਨੇ, ਉਸੇ ਦੇ ਸਵਾਰੇ ਹੋਏ ਨੇ। ਗਾਵਨ ਤੁਧ ਨੂੰ ਇੰਦਰਾਸਨ ਬੈਠੇ, ਇਹ ਪ੍ਰਭੂ ਤੈਨੂੰ ਇੰਦਰ ਵੀ ਗਾਉਂਦਾ ਹੈ। ਇੰਦਰਾਸਨ 'ਤੇ ਬੈਠੇ ਦੇਵਤੇ ਗਾ ਰਹੇ ਨੇ, ਬੈਠੇ ਦੇਵਤਿਆਂ ਦਰ ਨਾਲੇ, ਪਰ ਕਿੱਥੇ ਨੇ? ਦਰ 'ਤੇ ਨਾਲ, ਅੰਦਰ ਨਹੀਂ ਗਏ, ਕਿਉਂਕਿ ਗੁਰ ਤੋਂ ਬਿਨਾਂ ਪ੍ਰਵੇਸ਼ ਨਹੀਂ ਕਰ ਸਕਦੇ ਸੱਚੇ ਮਹਿਲ ਦੇ ਵਿੱਚ, ਨਿਜ ਮਹਿਲ ਦੇ ਵਿੱਚ। ਦਰ 'ਤੇ ਨੇ, ਦਰ 'ਤੇ ਅੱਗੇ ਗਾਉਂਦੇ ਨੇ। ਸਿਰਫ ਅੰਦਰ ਕੌਣ ਜਾਂਦਾ ਹੈ? ਜਿਹੜਾ ਜੀਵ ਗੁਰ ਦਾ ਗਿਆਨ ਲੈਂਦਾ ਹੈ। ਗੁਰ ਦੀ ਮੱਤ ਦੁਆਰਾ ਹੀ ਇਸ ਘਰ ਦੇ ਵਿੱਚ ਪ੍ਰਵੇਸ਼ ਕਰ ਸਕਦੇ ਹਾਂ ਆਪਾਂ। ਦਰ ਤੱਕ ਜਾਂਦੇ ਨੇ ਜੀਵ, ਦੇਵਤੇ ਵੀ ਦਰ ਤੱਕ ਨੇ। ਗਾਵਨ ਤੁਧ ਨੂੰ ਸਿੱਧ ਸਮਾਧੀ ਅੰਦਰ, ਗਾਵਨ ਤੁਧ ਨੂੰ ਸਾਧ ਵਿਚਾਰੇ। ਇੱਦਾਂ ਹੀ ਜਿਹੜੀਆਂ ਰਿੱਧੀਆਂ ਸਿੱਧੀਆਂ ਵਾਲੇ ਸਮਾਧੀਆਂ ਦੇ ਵਿੱਚ ਬੈਠੇ ਨੇ, ਗਾਉਂਦੇ ਉਹ ਵੀ ਨੇ ਤੈਨੂੰ। ਹੋਰ ਵੀ ਸਾਧ ਆਪਣੇ ਆਪ ਨੂੰ ਜਿਹੜੇ ਸਾਧ ਕਹਾਉਂਦੇ ਨੇ, ਸਾਰੇ ਗਾਉਂਦੇ ਨੇ ਤੈਨੂੰ। ਗਾਵਨ ਤੁਧ ਨੂੰ ਜਤੀ ਸਤੀ ਸੰਤੋਖੀ, ਇਹ ਪ੍ਰਭੂ ਤੈਨੂੰ ਜਤੀ ਸਤੀ ਸੰਤੋਖੀ ਲੋਕ ਵੀ ਗਾਉਂਦੇ ਨੇ। ਗਾਵਨ ਤੁਧ ਨੂੰ ਵੀਰ ਕਰਾਰੇ, ਜਿਹੜੇ ਆਪਣੇ ਆਪ ਨੂੰ ਯੋਧੇ ਕਹਿੰਦੇ, ਵੀਰ ਬਹਾਨ ਕਹਿੰਦੇ ਨੇ, ਉਹ ਵੀ ਤੈਨੂੰ ਗਾਉਂਦੇ ਨੇ। ਗਾਵਨ ਤੁਧ ਨੂੰ ਪੰਡਤ ਪੜ੍ਹੇ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਹੋਰ ਤੈਨੂੰ ਗਾਉਂਦੇ ਨੇ, ਪੰਡਤ ਪੜ੍ਹਦੇ ਨੇ, ਜਿਹੜੇ ਰਿਸ਼ੀਆਂ ਦੁਆਰਾ ਲਿਖੀਆਂ ਹੋਈਆਂ ਸਿਮਰਤੀਆਂ ਵੇਦਾਂ ਨੂੰ ਪੜ੍ਹ ਕੇ ਗਾਉਂਦੇ ਨੇ।
ਉਹ ਵੀ ਤੈਨੂੰ ਗਾਉਂਦੇ ਨੇ। ਗਾਵਨ ਤੁਧਨੋ ਮੋਹਨੀਆਂ ਮਨ ਮੋਹਣ, ਸੁਰਗ ਮਾਸ਼ ਪਿਆਲੇ। ਤੈਨੂੰ ਗਾਉਂਦੇ ਉਹ ਵੀ ਨੇ ਜਿਹੜੇ ਮਨ ਨੂੰ ਮੋਹ ਲੈਂਦੇ ਨੇ, ਚਾਹੇ ਸੁਰਗ ਦੇ ਵਿੱਚ ਨੇ, ਉੱਥੇ ਵੀ ਬੈਠੇ ਇਹ ਪਿਆਲੇ ਪੀਂਦੇ ਨੇ, ਕਿਉਂਕਿ ਉੱਥੇ ਤੱਕ ਮਾਇਆ ਦਾ ਜ਼ੋਰ ਹੈ। ਸਵਰਗ ਤੱਕ, ਦੇਵਤਿਆਂ ਤੱਕ, ਦੇਵਤੇ ਵੀ ਹੰਕਾਰ ਦੇ ਵਿੱਚ ਨੇ, ਉਹ ਵੀ ਹੰਕਾਰ ਦੇ ਵਿੱਚ ਵਸਦੇ ਨੇ, ਉਹ ਵੀ ਇਹ ਮਾਇਆ ਦੇ ਆਪਣੀਆਂ ਵਡਿਆਈਆਂ ਤੱਕ ਖੁਸ਼ ਹੋ ਜਾਂਦੇ ਨੇ, ਕੋਈ ਉਹਨਾਂ ਦੀ ਵਡਿਆਈ ਕਰਦਾ ਹੈ। ਇਹ ਵੀ ਇੱਕ ਕਿਸਮ ਦੇ ਪਿਆਲੇ ਹੀ ਪੀ ਰਹੇ ਨੇ। ਗਾਵਨ ਤੁਧਨੋ ਰਤਨ ਉਹ ਪਾਏ ਤੇਰੇ, ਜੇਤੇ 68 ਤੀਰਥ ਨਾਲੇ। ਹੁਣ ਇੱਥੇ ਜੇਠੇ ਆਪਾਂ ਦੋਨਾਂ ਰਹਿ ਪਹਿਲਿਆਂ ਸੋਦਰ 'ਚ ਪੜ੍ਹਦੇ, ਉੱਥੇ ਇਹ ਨਹੀਂ ਆਉਂਦਾ, ਪਰ ਇੱਥੇ ਹੈ ਗਾਵਨ ਤੁਧਨੋ ਰਤਨ ਉਹ ਪਾਏ ਤੇਰੇ, ਜੇਤੇ 68 ਤੀਰਥ, ਜਿੰਨੇ ਵੀ ਤੇਰੇ ਪੈਦਾ ਕੀਤੇ ਹੋਏ ਨੇ ਰਤਨ ਨੇ, 68 ਤੀਰਥ ਵੀ ਨੇ, ਸਾਰੇ ਤੈਨੂੰ ਗਾਉਂਦੇ ਨੇ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਜੋਧੇ ਮਹਾਬਲੀ ਸੂਰਮੇ ਵੀ ਤੈਨੂੰ ਗਾਉਂਦੇ ਨੇ, ਕਿਉਂਕਿ ਇਹ ਸਾਰੇ ਜੂਨਾਂ ਦੇ ਵਿੱਚ, ਚਾਰੇ ਖਾਣੀਆਂ ਦੇ ਵਿੱਚ ਨੇ। ਸੂਰਮਾ ਕੋਈ ਇਨਸਾਨ ਹੀ ਨਹੀਂ ਹੈ, ਹੋਰ ਵੀ ਨੇ, ਹੋਰ ਜੂਨੀਆਂ ਦੇ ਵਿੱਚ ਵੀ ਨੇ। ਇਸ ਕਰਕੇ ਚਾਰੇ ਖਾਣੀਆਂ ਦੇ ਵਿੱਚ ਤੈਨੂੰ ਉਹ ਗਾ ਰਹੇ ਨੇ, ਚਾਰੇ ਖਾਣੀਆਂ ਤੈਨੂੰ ਭਾਵ ਗਾ ਰਹੀਆਂ ਨੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਤੇ ਤੈਨੂੰ ਖੰਡ ਮੰਡਲ ਬ੍ਰਹਮੰਡ ਵੀ ਗਾ ਰਹੇ ਨੇ। ਕਰ ਕਰ ਰੱਖੇ ਤੇਰੇ ਤਾਰੇ, ਜਿਹਨੂੰ ਤੂੰ ਆਪ ਹੀ ਪੈਦਾ ਕੀਤਾ ਹੋਇਆ ਹੈ, ਤਾਂ ਆਪ ਹੀ ਪੈਦਾ ਕੀਤੇ ਹੋਏ ਨੇ, ਤੇਰੇ ਹੀ ਤਾਰੇ ਹੋਏ ਨੇ, ਉਹ ਸਾਰੇ ਤੈਨੂੰ ਗਾ ਰਹੇ ਨੇ। ਹੁਣ ਇੱਥੇ ਤੱਕ ਸਮਝਾ ਕੇ ਅੱਗੇ ਕੀ ਕਹਿ ਰਹੇ ਨੇ, ਸਹੀ ਤੁਧਨੋ ਗਾਵਨ। ਪਰ ਹੇ ਪ੍ਰਭੂ, ਅਸਲ ਦੇ ਵਿੱਚ ਤੈਨੂੰ ਉਹੀ ਗਾਉਂਦੇ ਨੇ ਜੋ ਤੁਧ ਪਾਵਨ, ਜੋ ਤੈਨੂੰ ਪਾਉਂਦੇ ਨੇ। ਉਹ ਕੌਣ ਨੇ? ਰੱਤੇ ਤੇਰੇ ਭਗਤ ਰਸਾਲੇ। ਵੀ ਹੇ ਪ੍ਰਭੂ, ਇੰਨੇ ਗਾਉਂਦੇ ਤੈਨੂੰ ਬਹੁਤ ਨੇ, ਪਰ ਅਸਲ ਤੈਨੂੰ ਉਹੀ ਗਾਉਂਦੇ ਨੇ ਜਿਹੜੇ ਤੇਰੇ ਭਗਤ ਨੇ, ਤੇਰੇ 'ਚ ਰੱਤੇ ਨੇ, ਤੇਰੇ ਰਸ ਨੂੰ ਮਾਣਦੇ ਨੇ, ਤੇਰੇ ਰਸੀਏ ਨੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤ ਨਾਵਨ, ਨਾਨਕ ਕਿਆ ਵਿਚਾਰ। ਹੋਰ ਜਿਹੜੇ ਗਾਉਂਦੇ ਤਾਂ ਹੈ, ਪਰ ਉਹ ਇੱਕ ਚਿੱਤ ਦੇ ਵਿੱਚ ਨਹੀਂ, ਕਿਉਂਕਿ ਉਹ ਚਿੱਤ ਕਰਕੇ ਨਹੀਂ ਗਾਉਂਦੇ। ਇਸ ਕਰਕੇ ਉਹਨਾਂ ਦੀ ਵਿਚਾਰ ਨਹੀਂ ਕੀਤੀ ਜਾਂਦੀ। ਉਸ ਘਰ ਦੇ ਵਿੱਚ ਸਿਰਫ ਉਹੀ ਪਾਉਂਦੇ ਨੇ ਪ੍ਰਭੂ ਨੂੰ, ਉਹ ਵਿਚਾਰੇ ਗਾਉਂਦੇ ਹੈ, ਪਰ ਉਹਨਾਂ ਦਾ ਗਾਇਆ ਥਾਂ ਨਹੀਂ ਪੈਂਦਾ, ਕਿਉਂਕਿ ਥਾਂ ਉਹਨਾਂ ਦਾ ਪੈਂਦਾ ਜਿਹੜੇ ਪ੍ਰਭੂ ਨੂੰ ਪਾਉਂਦੇ ਨੇ, ਉਹਦੇ 'ਚ ਸਮਾ ਕੇ ਗਾਉਂਦੇ ਨੇ, ਉਸ ਦੇ ਸਨਮੁਖ ਹੋ ਕੇ ਉਸ ਦੇ ਵਿੱਚ ਸਮਾਉਣ ਤੋਂ ਬਾਅਦ ਗਾਉਂਦੇ ਨੇ। ਇਸ ਕਰਕੇ ਉਹੀ ਤੇਰੇ ਅਸਲ ਵਿੱਚ ਗਾਉਂਦੇ ਨੇ। ਕਹਿੰਦੇ ਫਿਰ ਉਹਨਾਂ ਦੀ ਵਿਚਾਰਿਆਂ ਦੀ ਕੀ ਗੱਲ ਕਰੀਏ, ਜਿਹੜੇ ਗਾਉਂਦੇ ਤਾਂ ਹੈ ਪਰ ਪ੍ਰਭੂ ਨੂੰ ਪਾਉਂਦੇ ਨਹੀਂ। ਸੋਈ ਸੋਈ ਸਦਾ ਸੱਚ, ਉਹ ਪ੍ਰਭੂ ਜਿਹੜਾ ਹੈ ਉਹ ਤਾਂ ਸਦਾ ਸੱਚ ਹੈ, ਹਮੇਸ਼ਾ ਉਹੀ ਹੈ। ਸਾਹਿਬ ਸਾਚਾ, ਸੱਚ ਹੀ ਨਹੀਂ, ਉਹ ਸਾਹਿਬ ਆਪ ਵੀ ਸੱਚਾ ਹੈ, ਉਸ ਦਾ ਨਾਮ ਵੀ ਸੱਚਾ, ਉਹ ਸਦਾ ਤੋਂ ਹੈ। ਸੋਈ ਸੋਈ ਸਦਾ ਸੱਚ, ਕਿਉਂਕਿ ਸੰਸਾਰ ਬਦਲਦਾ ਹੈ, ਜੰਮਦਾ ਮਰਦਾ ਹੈ, ਬਹੁਤ ਕੁਛ ਪੈਦਾ ਹੁੰਦਾ, ਬਹੁਤ ਕੁਛ ਨਾਸ਼ ਹੁੰਦਾ, ਲੇਕਿਨ ਪਰਮੇਸ਼ਰ ਆਦਿ ਤੋਂ ਹੋਈ ਹੈ। ਆਦਿ ਸੱਚ, ਜੁਗਾਦ ਸੱਚ। ਤੇ ਇਹ ਨਹੀਂ ਵੀ ਆਪ ਹੀ ਇਕੱਲਾ, ਤੇ ਉਸ ਦਾ ਨਾਮ ਵੀ ਸੱਚ ਹੈ, ਉਹ ਸਦਾ ਹੀ ਸੱਚ ਹੈ। ਆਪ ਵੀ ਸੱਚ, ਸਦਾ ਸੱਚ, ਤੇ ਨਾਮ ਵੀ ਸਦਾ ਸੱਚ ਹੈ। ਹੈਪੀ ਹੋਸੀ ਜਾਏ ਨਾ ਜਾਸੀ, ਹੈਪੀ ਸੀ, ਅੱਜ ਵੀ ਹੈ ਤੇ ਅੱਗੇ ਵੀ ਰਹੇਗਾ। ਰਚਨਾ ਜਿਹਨੇ ਰਚਾਈ, ਜਿਹਨੇ ਇਹ ਰਚਨਾ ਰਚਾਈ ਹੈ, ਜਿਸਨੇ ਇਹ ਸਾਰਾ ਪੈਦਾ ਕੀਤਾ ਹੈ, ਜੋ ਸੱਚ ਹੈ, ਜੋ ਆਦਿ ਤੋਂ ਹੈ, ਉਹ
ਪਹਿਲਾਂ ਵੀ ਸੀ, ਅੱਜ ਵੀ ਤੇ ਅੱਗੇ ਵੀ ਸਦੀ ਵੀ ਰਹਿਣ ਵਾਲਾ ਹੈ, ਅਵਿਨਾਸੀ ਹੈ। ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨ ਉਪਾਈ। ਇੱਥੇ ਆਪਾਂ ਪੜ੍ਹਦੇ ਹਾਂ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਇੱਥੇ ਦੋ ਸ਼ਬਦ ਨਹੀਂ, ਕਰ ਕਰ ਨਹੀਂ ਹੈ, ਇੱਥੇ ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨ ਉਪਾਈ। ਬਿਰੰਗਾਂ ਦੇ ਵਿੱਚ ਬਹੁਤ ਭਾਂਤਾਂ ਦੀ, ਬਹੁਤ ਜਿਨਸ ਦੇ ਵਿੱਚ 84 ਲੱਖ ਜੂਨੀ ਹੈ, 4 ਖਾਣੀਆਂ ਨੇ, ਸਾਰਿਆਂ ਦਾ ਵੱਖਰਾ ਵੱਖਰਾ ਰੂਪ ਹੈ, ਜਿਸ ਨੂੰ ਆਪਾਂ ਜਿਨਸ ਕਹਿ ਦਿੰਦੇ, ਵੱਖਰੀ ਵੱਖਰੀ ਕਿਸਮ ਹੈ। ਇਹ ਪ੍ਰਭੂ ਨੇ ਆਪ ਪੈਦਾ ਕੀਤੀ ਹੈ ਸਾਰੀ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਬੜਾਈ। ਉਸਨੇ ਪੈਦਾ ਨਹੀਂ ਕੀਤੀ, ਕਰ ਕਰਕੇ ਦੇਖ ਵੀ ਰਿਹਾ ਹੈ, ਇਸ ਨੂੰ ਦੇਖ ਰਿਹਾ ਵੀ ਇੰਨੇ ਤਰ੍ਹਾਂ ਦੀ ਮੈਂ ਸ੍ਰਿਸ਼ਟੀ ਸਾਜੀ ਹੈ, ਜੋ ਉਹੀ ਸਾਜ ਸਕਦਾ, ਹੋਰ ਕੋਈ ਨਹੀਂ ਸਾਜ ਸਕਦਾ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਪਰਮਾਤਮਾ ਸਮਝਾਉਂਦੇ ਨੇ, ਕਹਿੰਦੇ ਜੋ ਉਹਨੂੰ ਪਾਉਂਦਾ ਉਹ ਕਰਦਾ ਹੈ। ਜੇ ਅਸੀਂ ਕਹੀਏ ਵੀ ਉਸ ਨੂੰ ਕੋਈ ਹੁਕਮ ਕਰ ਦਾਂਗੇ ਵੀ ਇੱਦਾਂ ਨਾ ਕਰੋ ਜੀ, ਇੱਦਾਂ ਕਰੋ, ਐਸਾ ਨਹੀਂ ਹੈ, ਕਿਉਂਕਿ ਉਸ ਤੋਂ ਸਿਆਣਾ ਕੋਈ ਨਹੀਂ ਹੈ। ਜੋ ਕਰਦਾ ਚੰਗਾ ਕਰਦਾ। ਆਪਾਂ ਉਹਦੀ ਰਜ਼ਾ 'ਚ ਰਹਿ ਸਕਦੇ ਹਾਂ, ਆਪਾਂ ਉਹਨੂੰ ਕੋਈ ਹੁਕਮ ਨਹੀਂ ਕਰਨਾ ਵੀ ਤੂੰ ਐਂ ਕਿਉਂ ਕੀਤਾ, ਐਂ ਕਰਨਾ ਸੀ, ਫਿਰ ਆਪਾਂ ਉਸ ਨੂੰ ਪਾਉਂਦੇ ਨਹੀਂ ਹਾਂ। ਕਰਨਾ ਉਹਨੇ ਜੋ ਉਸ ਨੂੰ ਪਾਉਂਦਾ ਹੈ। ਸੋ ਪਾਤਸ਼ਾਹੋਂ, ਉਹ ਪਾਤਸ਼ਾਹ ਹੈ, ਸਾਹਾਂ ਪਤ ਸਾਹਿਬ। ਕਹਿੰਦੇ ਉੱਥੇ ਹੋਰ ਨੂੰ ਵੀ ਪਤ ਮਿਲਦੀ ਹੈ ਉਸ ਪ੍ਰਭੂ ਦੇ ਕੋਲ, ਪਰ ਕਿਹਨਾਂ ਨੂੰ ਪਤ ਮਿਲਦੀ, ਮਾਣ ਮਿਲਦਾ ਹੈ ਉਸ ਪਾਤਸ਼ਾਹ ਦੇ ਦਰ 'ਤੇ, ਜੋ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰਦਾ, ਉਸ ਨੂੰ ਹੁਕਮ ਨਹੀਂ ਹੁੰਦਾ। ਨਾਨਕ ਰਹਿਣ ਰਜਾਈ, ਜਿਹੜੇ ਉਹਦੀ ਰਜਾ 'ਚ ਚੱਲਦੇ ਨੇ, ਜੋ ਵੀ ਉਸਨੇ ਕੀਤਾ ਹੈ ਉਸ ਨੂੰ ਸਤ ਕਰਕੇ ਮੰਨਦੇ ਨੇ, ਉਸ ਨੂੰ ਭਲਾ ਕਰਕੇ ਮੰਨਦੇ ਨੇ, ਉਹਨਾਂ ਨੂੰ ਮਾਣ ਮਿਲਦਾ ਹੈ, ਉਹਨਾਂ ਨੂੰ ਫਿਰ ਉਸ ਘਰ ਦੀ ਪਾਤਸ਼ਾਹੀ ਮਿਲਦੀ ਹੈ। ਪਰ ਜਿਹੜੇ ਰਜਾ 'ਚ ਰਹਿੰਦੇ ਨੇ, ਹੁਕਮ ਚੱਲਦੇ ਨੇ, ਆਓ ਹੁਣ ਆਪਾਂ ਅਭਿਆਸ ਕਰਦੇ ਹਾਂ। ਕੱਲ੍ਹ ਨੂੰ ਆਪਾਂ ਅੱਗੇ ਚੱਲਾਂਗੇ, ਕਿਉਂਕਿ ਅੱਗੇ ਅਸਮ ਵਾਲਾ ਚੌਥਾ ਆ ਗਿਆ ਹੈ। ਆਓ ਸਾਰੇ ਹੀ ਉਸ ਪ੍ਰਭੂ ਨੂੰ ਧਿਆਉਣਾ ਹੈ, ਜੋ ਕਿ ਧਿਆਉਣ ਦੇ ਵਿੱਚ ਹੀ ਹੈ। ਉਸ ਨੂੰ ਪ੍ਰੇਮ ਪਾਉਣਾ ਹੈ, ਪ੍ਰੇਮ ਭਗਤੀ ਵਾਸਤੇ ਹੀ ਹੈ। ਪਰ ਪ੍ਰੇਮ ਭਗਤੀ ਕਦੋਂ ਉਪਜਦੀ ਹੈ, ਜੇ ਅਸੀਂ ਉਸ ਦੇ ਭਗਤਾਂ ਦੇ ਵੱਲੋਂ ਦਿੱਤੀ ਜੁਗਤੀ ਨੂੰ, ਜੋ ਮਤ ਦਿੰਦੇ ਨੇ, ਉਸ ਨੂੰ ਸਤ ਸਤ ਕਰਕੇ ਮੰਨ ਲੈਂਦੇ ਹਾਂ। ਜੇ ਸ਼ੰਕਾ ਕਰਦੇ ਹਾਂ, ਪ੍ਰਗਟ ਨਹੀਂ ਹੋਏਗਾ ਤੇ ਸਾਡਾ ਪ੍ਰੇਮ ਨਹੀਂ ਪਏਗਾ। ਜੇ ਅਸੀਂ ਹੋਰ ਬਾਹਰੀ ਕਰਮ ਕਰਦੇ ਹਾਂ, ਦਿਖਾਵੇ ਦੇ ਕਰਮ ਕਰਦੇ ਹਾਂ, ਉਹ ਵੀ ਪ੍ਰਭੂ ਨੂੰ ਨਹੀਂ ਪਾਉਂਦੇ, ਕਿਉਂਕਿ ਸਿਰਫ ਨਾਮ, ਸਿਰਫ ਆਪਾਂ ਗੁਰ ਦੀ ਮੱਤ ਲੈ ਕੇ ਨਾਮ ਨੂੰ ਧਿਆਉਣਾ ਹੈ। ਕਿਉਂਕਿ ਹੋਰ ਕਰਮ ਜਿਹੜੇ ਨੇ ਉਹ ਸਾਡੇ ਮਨ ਨੂੰ ਹਉਮੈ ਦੀ ਮੈਲ ਲਾ ਦਿੰਦੇ ਨੇ। ਭਰਮ ਨਹੀਂ ਰੱਖਣਾ, ਜੇ ਭਰਮ ਹੈ ਫਿਰ ਵੀ ਹਉਮੈ ਖਤਮ ਨਹੀਂ ਹੁੰਦੀ। ਇਸ ਕਰਕੇ ਗੁਰ ਦੇ ਗਿਆਨ ਨੂੰ ਸਤ ਕਰਕੇ ਮੰਨਣਾ ਹੈ। ਗੁਰ ਹੈ ਕੀ ਹੈ ਕਿ ਆਪਾਂ ਜੋ ਮਨ ਹੈ ਨੇਤਰਾਂ ਦੇ ਵਿੱਚ ਹੈ, ਜੋਤ ਹੈ, ਜੋ ਕਿ ਦੋ ਹੋ ਗਿਆ ਹੈ। ਇਸ ਦੋਨਾਂ ਤੋਂ ਫਿਰ ਆਪਾਂ ਇਸ ਨੂੰ ਇੱਕ ਕਰਨਾ ਹੈ। ਇਹ ਜੋ ਅੰਧਕੂਪ ਦੇ ਵਿੱਚ ਬੈਠਾ ਹੈ, ਇਸ ਅੰਧਕੂਪ ਤੋਂ ਇਸ ਨੂੰ ਕੱਢ ਕੇ ਮਾਨ ਸਰੋਵਰ 'ਤੇ ਲੈ ਕੇ ਜਾਣਾ ਹੈ। 9 ਦਰਾਂ ਦੇ ਇਸ ਮਾਇਆ ਦੇ ਬੰਧਨਾਂ ਨੂੰ ਕੱਟ ਕੇ ਪਰਮੇਸ਼ਰ 'ਚ ਲਾਉਣਾ ਹੈ। ਜਾਂ ਇਹ ਕਹਿ ਲਈਏ ਕਿ ਆਕਾਰਾਂ ਤੋਂ ਇਸ ਨੂੰ ਕੱਢ ਕੇ ਨਿਰੰਕਾਰ ਦੇ ਨਾਲ ਜੋੜਨਾ ਹੈ, ਨਿਰਾਕਾਰ ਨਾਲ ਜੋੜਨਾ ਹੈ। ਇੱਕ ਦ੍ਰਿਸ਼ਟ ਹੋ ਕੇ ਹੀ ਇਹ ਜੁੜ ਸਕਦਾ ਹੈ। ਸੋ ਆਓ ਕਿਵੇਂ ਕਰਨਾ ਹੈ। 2 ਨੇਤਰ ਨੇ ਆਪਣੇ, ਜਿੱਥੋਂ ਸਾਨੂੰ ਸਵਾਸ ਦੇ ਰਿਹਾ ਹੈ। ਇਹ 9 ਦਰਾਂ ਦਾ ਸਰੀਰ ਹੈ ਜੋ ਮਿਥਿਆ ਹੋਇਆ ਹੈ। ਜਿਹੜਾ 10ਵਾਂ ਦੁਆਰ ਹੈ ਉਹ ਸਾਡਾ ਥਿਰ ਹੈ, ਉਹ ਨਿਹਚਲ ਹੈ, ਉਹ ਅਚਲ ਹੈ।
जब तक 9 दर नहीं छड़ते 10वें च प्रवेश नहीं करते, क्योंकि 10वें च मालक वसता है। इस करके 9 दरां चों निकलण दे वास्ते, माया चों निकलण दे वास्ते सानूं दस दिता है कि आपां बहुत छोटा दर है। मन साडा 2 नेत्रां च है, 2 नेत्र सिद्धे जाणगे नहीं तोड़ सकते। हुण अगे दीवार है परम दी, सानूं दस दिता कि दोनां नेत्रां नूं तीर बना लेना है। प्रेम दा हर प्रेम बाणी मन मारिया, अनियाले अनिया राम राजे। इत्थों दोनों नेत्रां नूं एक कर लेना है ते इत्थों आपां प्रवेश करांगे अपने घर विच। ते जदों फिर सतगुर खुश हो जाता है, फिर रास्ता खोल देंदा है। फिर तुसीं देखोगे जो चलदे ने, पहला इदां अभ्यास करते रहे तो हुण देखणगे उन्हां नूं सुता सिद्ध ही दिखी जाता है, क्योंकि खुश होया उसने साडी दीवार तोड़ दी, रास्ता साडा खुला कर देता है। लेकिन एक बारी सानू उस पीड़े रस्ते असीं जाना पैंदा है जो राई दे भी 10वें हिस्से छोटा है। कबीर मुख द्वारा सौंकड़ा राई 10वें। इस करके उत्थे लंघण दे वास्ते दोनों नेत्रां नूं एक करना पएगा, सम करना पएगा, एक पॉइंट ते लियाउणा पएगा। ते बहुत सारे जीव ऐसे ने जिहड़े पहला ही एक दृष्ट ने, पर उन्होंने ज्ञान नहीं है। एक दृष्ट ने जिन्होंने आपां कह तां दिंदे भी ये तां इंसान निरा देवता है, क्योंकि जो अवस्था है उसदे विच उसदे कर्म देवते वाले हुंदे, राक्षसां वाले नहीं हुंदे। पर उसनूं भी ये पता नहीं भी मेरा सुभाव किवें बनिया है, क्योंकि साडे अपने तां बस नहीं है कि असीं बहुत चंगे बन जाइए जां असीं माड़े बन जाइए। जिहो जे प्रभु सानू बना देंदा है उहे जे आपां हो जाते हाँ। हाँ, जिहड़ा जीव नूं ये पता लग जाता है कि ये बुराइयां मेरे भले वास्ते नहीं हैं, वो फिर प्रभु तो मंगदा है कि मेरे तो ये बुराइयां छड़ा के मैनू अपने चरनां नाल जोड़ना। उन्हां नूं फिर जोड़दा है, क्योंकि ये चंगियाइयां जिहड़े आपां कर्म करदे हाँ, ये पिछले कर्मां दे नाल ही सानू इत्थे कर्म मिले ने। पर गुरु साहबां ने साडे ते दया कीती है, सानू समझा दिता है कि भाई तुसीं अपने कर्म बदल सकते हो गुर दी मत लै के, संगत जाके थोड़े जिहड़े लेखा है धर्मराज को लिखिया चित्रगुप्त दा वो फड़ सकदा है, तुसीं मुक्त हो सकते हो। पर उस वास्ते संगत जाना पएगा। इस करके हुण आपां अपने आप नूं पहलां ये देखना है कि असीं किस अवस्था च हाँ। जदों दोनों नेत्रां नूं इस पॉइंट ते दृष्टि फोकस करांगे, जेकर सानू अपना नक दिसदा इत्थे देखण दे नाल, फिर साडा मन 2 दृष्टि दे विच है, एक नहीं होया, माया दे विच है। ते जे नक नज़र आउंदा है, जे नक नज़र आउंदा फिर आपां देखना है भी सानू किस पासे तो आउंदा है। उत्थे सानू होर पता चलेगा कि असीं तमोगुण ते विचरदे हाँ, रजोगुण ते विचरदे हाँ जां सतोगुण ते विचरदे हाँ। जेकर इस पासे नक नज़र दिसेगा सानू सज्जे पासे, इधर तमोगुण है, इधर असीं महेश दे शिव जी दे पुजारी हाँ। इत्थे सारा धन साडा त्रै गुणा दे विच तमो हट ते जमा हो जाता। आपां सारा बण जो तमो हट दा करते हाँ। इस पासे है ध्यान रजोगुण ते है, सारे ब्रह्मा दे हट ते जमा हो जाते ने। ते जे विचाले है दोनों पासे तो इत्थे सतोगुण है ते विष्णु दे हट ते जमा हो जाते ने। ते जे नज़र नहीं आउंदा इत्थे जाके मन देवता है, लेकिन इत्थे भी मुक्त नहीं है, इत्थे भी ये माया दे विच ही खर्च करता है, मुक्त नहीं हो सकता, क्योंकि मुक्त होना है गुर तो। इन्ना पर आपां पहचानना है भी असीं एक दृष्ट हाँ कि 2 दृष्ट हाँ, क्योंकि फिर आपां ध्यान लगाउणा है जे 2 दृष्टि च हाँ, जे देवते हाँ तां भी गुर लैना पएगा, फिर सानू अमृत मिलेगा।
ਜੇ ਅਸੀਂ ਹਾਲੇ ਦੇਵਤੇ ਨਹੀਂ, ਤਮੋ ਗੁਣੀ ਹਾਂ, ਰਾਖਸ਼ਸ ਹਾਂ, ਤਾਂ ਵੀ ਜਦੋਂ ਅਸੀਂ ਇਹ ਗਿਆਨ ਲਵਾਂਗੇ, ਗੁਰ ਲਵਾਂਗੇ, ਉਸ ਦੇ ਨਾਲ ਉਹ ਗੁਰ ਸਾਨੂੰ ਦੇਵਤੇ ਬਣਾ ਦੇਗਾ, ਮਨੁੱਖ ਤੋਂ ਦੇਵਤੇ ਬਣਾ ਦੇਗਾ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨ ਲਾਗੇ ਬਲ। ਫਿਰ ਜਿਹੜਾ ਜੀਵ ਨੂੰ ਇਹ ਪਤਾ ਪਹਿਚਾਨ ਕਰ ਲੈਂਦਾ ਹੈ ਵੀ ਅਸੀਂ ਇਸ ਅਵਸਥਾ 'ਚ ਸੀ, ਅਸੀਂ ਤਮੋ ਗੁਣੀ ਸੀ, ਅਸੀਂ ਰਜੋ ਗੁਣੀ ਸੀ, ਅਸੀਂ ਸਤੋ ਗੁਣੀ ਸੀ, ਫਿਰ ਗੁਰ ਲੈ ਕੇ ਧਿਆਨ ਲਾਇਆ ਅਤੇ ਉਸ ਨੇ ਸਾਨੂੰ ਇੱਕ ਦ੍ਰਿਸ਼ਟ ਕਰ ਦਿੱਤਾ, ਸਾਡੇ ਮਨ ਨੂੰ ਦੇਵਤਾ ਬਣਾ ਦਿੱਤਾ। ਫਿਰ ਅਸੀਂ ਉਸ ਗੁਰ ਤੋਂ ਸਦਾ ਬਲਿਹਾਰੇ ਜਾਣਾ ਸ਼ੁਰੂ ਕਰਦੇ ਹਾਂ ਅਤੇ ਉਹ ਫਿਰ ਸਾਨੂੰ ਗੁਰ ਸਾਨੂੰ ਪਰਮੇਸ਼ਰ ਦਾ ਰੂਪ ਹੀ ਬਣਾ ਦਿੰਦਾ ਹੈ, ਜੇ ਅਸੀਂ ਗੁਰ ਦੀ ਸੇਵਾ ਕਰਦੇ ਹਾਂ, ਜੇ ਸਦਾ ਬਲਿਹਾਰੇ ਜਾਂਦੇ ਹਾਂ, ਜੇ ਅਸੀਂ ਗੁਰ ਨੂੰ ਚੇਤਦੇ ਹਾਂ। ਜੇ ਨਹੀਂ ਚੇਤਦੇ ਸੁਚੇਤ ਹੋ ਕੇ, ਫਿਰ ਨਹੀਂ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਵਾੜ ਜੂ ਸੁਨੇ ਅੰਦਰ ਖੇਤ। ਸੋ ਆਓ ਆਪਾਂ ਕੀ ਕਰਨਾ ਹੈ, ਪਹਿਲਾਂ ਇੱਥੇ ਆਪਣੀ ਦ੍ਰਿਸ਼ਟੀ ਨੂੰ ਫੋਕਸ ਕਰਕੇ ਆਪਣੇ ਆਪ ਨੂੰ ਦੇਖਣਾ ਹੈ। ਜੇਕਰ ਕੋਈ ਨਵਾਂ ਜੀਵ ਹੈ, ਉਸਨੇ ਸਮਝ ਲੈਣਾ ਸਵਾਰ ਕੇ, ਜਿਹੜਾ ਹਾਲੇ ਹੋ ਸਕਦਾ ਉਹ ਦੋ ਦ੍ਰਿਸ਼ਟੀ ਦੇ ਵਿੱਚ ਹੋਵੇ, ਇੱਕ ਦ੍ਰਿਸ਼ਟ ਵੀ ਹੋ ਸਕਦਾ ਹੈ, ਤਮੋ ਗੁਣੀ ਵੀ ਹੋ ਸਕਦਾ, ਰਜੋ ਗੁਣੀ ਵੀ, ਸਤੋ ਗੁਣੀ ਵੀ। ਉਸ ਦਾ ਕੋਈ ਇੱਥੇ ਫਰਕ ਨਹੀਂ ਪੈਂਦਾ, ਕਿਉਂਕਿ ਗੁਰ ਨੂੰ ਕੋਈ ਫਰਕ ਨਹੀਂ ਪੈਂਦਾ। ਗੁਰ ਐਸਾ ਹੈ ਕਿ ਸਾਨੂੰ ਲੋਹੇ ਨੂੰ ਵੀ ਕੰਚਨ ਬਣਾ ਸਕਦਾ ਹੈ, ਤਾਂਬੇ ਨੂੰ ਵੀ ਕੰਚਨ ਬਣਾ ਸਕਦਾ ਹੈ, ਪੱਥਰ ਨੂੰ ਵੀ ਤਾਰ ਸਕਦਾ ਹੈ, ਲੱਕੜ ਨੂੰ ਵੀ ਤਾਰਦਾ। ਲੱਕੜ ਤਾਂ ਤਾਰੀ ਜਾਂਦੀ ਹੈ। ਇਸ ਕਰਕੇ ਸਾਨੂੰ ਸਮਝਾਇਆ ਹੈ, ਆਪਾਂ ਪਹਿਲਾਂ ਆਪਣੇ ਆਪ ਨੂੰ ਪਰਖਣਾ ਹੈ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਇਹ ਯੁਕਤੀ ਹੈ, ਸਮਝ ਲੈਣਾ ਗੁਰ ਹੈ ਕਿ ਕਿਵੇਂ ਆਪਾਂ ਪ੍ਰਵੇਸ਼ ਕਰਕੇ ਮਾਲਕ ਦੇ ਕੋਲ ਜਾਣਾ ਹੈ। ਇਸ ਨੂੰ ਕੁੰਜੀ ਕਹਿ ਦਿੱਤਾ, ਗੁਰ ਕਹਿ ਦਿੱਤਾ, ਜੁਗਤ ਕਹਿ ਦਿੱਤਾ ਹੈ। ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ ਅਤੇ ਆਪਾਂ ਸਾਹਮਣੇ ਦੇਖਣਾ ਹੈ। ਫਿਰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤ ਚੁੱਕਦੀ। ਫਿਰ ਜਦੋਂ ਕਵਾਂਗਾ ਸਾਹਮਣੇ, ਫਿਰ ਵਾਪਸ ਸਾਹਮਣੇ। ਫਿਰ ਜਦੋਂ ਕਵਾਂਗੇ ਸਮ ਕਰਕੇ ਦੇਖੋ, ਫਿਰ ਇਸ ਪੁਆਇੰਟ 'ਤੇ ਧਿਆਨ ਲਾ ਕੇ ਦੇਖਣਾ ਹੈ। ਜੇਕਰ ਨਵਾਂ ਜੀਵ ਕੋਈ ਕਿਸੇ ਨੂੰ ਨੱਕ ਨਜ਼ਰ ਆਉਂਦਾ ਹੈ, ਵਿਸ਼ਵਾਸ ਦੇ ਨਾਲ ਧਿਆਨ ਲਗਾਉਣਾ ਹੈ, ਫਿਰ ਵਾਪਸ ਆ ਕੇ ਦੇਖਾਂਗੇ, ਫਿਰ ਸਾਨੂੰ ਨੱਕ ਨਜ਼ਰ ਨਹੀਂ ਆਏਗਾ, ਉੱਥੇ ਸਾਡਾ ਮਨ ਦੇਵਤਾ ਬਣ ਜਾਏਗਾ। ਆਓ ਕਰੀਏ, ਨੇਤਰ ਸਮ ਕਰਕੇ ਆਪਣੇ ਆਪ ਨੂੰ ਪਹਿਚਾਣੀਏ, ਥੋੜ੍ਹਾ ਦੇਖੀਏ, ਫਿਰ ਅੱਗੇ ਧਿਆਨ ਲਗਾਵਾਂਗੇ ਜਿਵੇਂ ਜਿਵੇਂ ਕਵਾਂਗੇ। सामने लेके आइए, ध्यान सामने देखो जी। मस्तक दे सामने लै जो, पलका उत्ते चुक दो। फिर सामने लेके आइए, फिर नक ते सम करके देखिए, दृष्टि नूं फोकस करके अपने आप नूं देखिए। देखो हुण जे कोई नवां जीव
ਪਹਿਲਾਂ ਨੱਕ ਨਜ਼ਰ ਆਉਂਦਾ ਸੀ ਕਿ ਹੁਣ ਨਜ਼ਰ ਆਉਣੋਂ ਹਟ ਗਿਆ। ਜੇ ਨੱਕ ਨਜ਼ਰ ਆਉਣੋਂ ਹਟ ਗਿਆ ਤਾਂ ਇੱਕ ਦ੍ਰਿਸ਼ਟ ਹੋ ਗਿਆ। ਨੀਚੇ ਲੈ ਜਾਓ ਧਿਆਨ। ਹੁਣ ਬਿਲਕੁਲ ਰਿਲੈਕਸ ਦੇਖਣਾ ਹੈ। ਜੋ ਵੀ ਥੱਲੇ ਵਿਛਿਆ ਹੈ, ਆਪਾਂ ਬੈਠੇ ਹਾਂ, ਕੱਪੜਾ ਹੈ, ਚਾਹੇ ਫਰਸ਼ 'ਤੇ ਬੈਠੇ ਹਾਂ, ਕੱਪੜਾ ਵਿਛਿਆ, ਕੁਛ ਵੀ ਹੈ, ਉਸ ਤੋਂ ਥੋੜ੍ਹਾ ਉੱਪਰ ਰਿਲੈਕਸ ਹੋ ਕੇ ਦੇਖਣਾ ਆਪਾਂ ਨੇ। ਬਿਲਕੁਲ ਜ਼ੋਰ ਨਹੀਂ ਲਗਾਉਣਾ, ਕਿਉਂਕਿ ਜ਼ੋਰ ਲਗਾਵਾਂਗੇ ਦੋ ਦੋ ਦਿਸਣੇ ਸ਼ੁਰੂ ਹੋ ਜਾਣਗੇ। ਇਸ ਕਰਕੇ ਜ਼ੋਰ ਨਹੀਂ ਲਾਉਣਾ, ਬਿਲਕੁਲ ਰਿਲੈਕਸ ਦੇਖਣਾ ਹੈ। ਇੱਥੇ ਸਾਨੂੰ ਪ੍ਰਕਾਸ਼ ਅਨੁਭਵ ਹੋਣਾ ਸ਼ੁਰੂ ਹੋ ਜਾਏਗਾ। ਜਿਵੇਂ ਜਲ ਦੀਆਂ ਲਹਿਰਾਂ ਹੁੰਦੀਆਂ ਨੇ ਸਰੋਵਰ 'ਚ, ਇੱਦਾਂ ਹੀ ਸਾਨੂੰ ਇੱਥੇ ਪ੍ਰਕਾਸ਼ ਦੀ ਹਲਚਲ ਅਨੁਭਵ ਹੋਣੀ ਸ਼ੁਰੂ ਹੋਏਗੀ। ਔਰ ਸਮ ਕਰਕੇ ਫਿਰ ਦੇਖੇ ਆਪਣੇ ਆਪ ਨੂੰ। फिर नीचे लाए जो ध्यान।
ਫਿਰ ਸਮ ਕਰਕੇ ਦੇਖੇ ਆਪਣੇ ਆਪ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਉਸ ਨੂੰ ਨੇੜੇ ਦੇਖ ਸਕਦੇ ਹਾਂ, ਕਿਉਂਕਿ ਜੋ ਆਪਾਂ ਸੋਚਿਆ ਸੀ ਪਹਿਲਾਂ, ਜੋ ਸਾਨੂੰ ਮਾਈਂਡ ਦੇ ਵਿੱਚ ਬਣਾ ਦਿੱਤਾ ਕਿ ਰੱਬ ਇਹੋ ਜਿਹਾ ਹੋਏਗਾ, ਉਹ ਇਹੋ ਜਿਹਾ ਨਹੀਂ ਹੈ। ਕਿਉਂਕਿ ਸਾਨੂੰ ਉਹਨਾਂ ਜੀਵਾਂ ਨੇ ਦੱਸਿਆ ਜਿਨ੍ਹਾਂ ਪ੍ਰਭੂ ਨੂੰ ਨਹੀਂ ਦੇਖਿਆ। ਜਿਨ੍ਹਾਂ ਦੇਖਿਆ, ਸਤਿਗੁਰਾਂ ਨੇ ਬਾਣੀ ਪੜ੍ਹ ਕੇ ਦੇਖੀਏ, ਉਹਨਾਂ ਸਾਨੂੰ ਦੱਸਿਆ ਵੀ ਇੱਥੇ ਦੂਜਾ ਹੈ ਕੋਈ ਨਹੀਂ। ਨੇੜੇ ਦੇਖੋ, ਨੇੜੇ ਪਹਿਚਾਣੋ, ਜਿੱਧਰ ਦੇਖੋਗੇ ਉਹੀ ਹੈ। ਪਰ ਉਸ ਨੂੰ ਨੇੜੇ ਪਹਿਚਾਣਨਾ ਪਏਗਾ। ਪਹਿਲਾਂ ਨੇੜੇ ਵਸਦਾ ਹੈ, ਪਰ ਹੋਏਗਾ ਕਦੋਂ? ਜਦੋਂ ਚੌਥੇ ਪਦ ਦਾ ਗਿਆਨ ਲੈ ਕੇ ਚੌਥੇ ਪਦ ਵਿੱਚ ਜਾਵਾਂਗੇ। ਮਾਦ ਵੇਖ ਕਿਆ ਕਹੀਏ ਪਰਮ ਐਸਾ, ਜੈਸਾ ਮਾਨਿਆ ਹੋਏ ਨਾ ਤੈਸਾ। ਜੈਸਾ ਅਸੀਂ ਮੰਨਦੇ ਸੀ ਉਹ ਜਿਹਾ ਨਹੀਂ ਹੈ। ਕਹਿ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਸਹਿਜੇ ਜਾਵਾਂਗੇ, ਪ੍ਰਗਟ ਹੋ ਜਾਏਗਾ। ਹੱਥਾਂ ਤੋਂ ਵੀ ਨੇੜੇ ਹੈ। ਇੰਨਾ ਨੇੜੇ ਹੈ ਕਿ ਜਿੱਥੋਂ ਸਵਾਸ ਦਿੰਦਾ ਹੈ ਉਹ ਵੀ ਖਤਮ ਹੋ ਜਾਂਦਾ, ਕਿ ਇੱਥੇ ਚਲੇ ਹੋ ਜਾਂਦਾ ਕਿ ਆਪਾਂ ਉਹ 'ਚ ਸਮਾ ਜਾਂਦੇ, ਸਾਡੇ 'ਚ ਇੱਕ ਹੋ ਜਾਂਦੇ ਹਾਂ। ਸੋ ਆਪਾਂ ਪਿਆਰ ਦੇ ਨਾਲ, ਵਿਸ਼ਵਾਸ ਦੇ ਨਾਲ ਕਰਨਾ ਹੈ, ਕਿਉਂਕਿ ਪ੍ਰਭੂ ਦੇ ਸਾਡੇ ਜੋ ਮਨ 'ਚ ਹੋਏਗਾ, ਜੋ ਸਾਡੇ ਦਿਲ 'ਚ ਹੋਏਗਾ, ਉਸੇ ਨੂੰ ਫਲ ਲੱਗਣਾ ਹੈ। ਜੇ ਆਪਾਂ ਗੱਲਾਂ ਨਾਲ ਕਹੀ ਜਾਵਾਂਗੇ ਅਸੀਂ ਬਹੁਤ ਪਿਆਰ ਕਰਦੇ, ਅਸੀਂ ਬਹੁਤ ਲੋਚਦੇ, ਪਰ ਪਿਆਰ ਕੀਤਾ ਨਹੀਂ, ਧਿਆਨ ਲਾਇਆ ਨਹੀਂ, ਨੇਤਰਾਂ ਦਾ ਸ਼ਿੰਗਾਰ ਕੀਤਾ ਨਹੀਂ, ਤੇ ਫਿਰ ਪ੍ਰਭੂ ਨੂੰ ਨਹੀਂ ਪਾਉਂਦੇ। ਪੈਕੀਆ ਦੇ ਸਲਾਹੀਆ ਨੈਣੀ ਭਾਵਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਏ ਲਾਗੀ ਜਾ ਸੋ ਤਰੇ ਪਿਆਰੋ। ਇਸ ਕਰਕੇ ਉੱਥੇ ਬੋਲੀਏ ਨਾ, ਕਿਸੇ ਨੂੰ ਦੱਸੀਏ ਮੈਂ ਇਹ ਆ, ਬਸ ਪਿਆਰ ਕਰੀਏ ਪ੍ਰਭੂ ਨੂੰ। ਕਿਉਂਕਿ ਜੋ ਜੀ ਹੋਏ ਸੋ ਗਵਾਏ, ਮੂੰਹ ਕਾ ਕਿਹਾ ਵਾਓ। ਜੋ ਮਨ 'ਚ ਉਹੀ ਉਗਣਾ, ਅੱਗੇ ਉਹੀ ਪ੍ਰਗਟ ਹੋਣਾ ਹੈ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।